ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ। ਸ਼੍ਰੀ ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਧੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਗ ਮੈਂ ਰਘੁਵਰ ਕੁਲ ਅਕਲੰਕਾ, ਪ੍ਰਗਟੇ ਬੇਦੀ ਕੁਮਦ ਮੈਂ ਅੰਕਾ। ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਬਰਕਤਮਈ ਮੁਬਾਰਕ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ, ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਤਨਤਾ ਦੇ ਯੋਗ ਹੋ। ਗੁਰੂ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਹੋਇਆ ਹੈ। ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਤੋਂ ਪਹਿਲਾਂ ਤਲਵੰਡੀ ਦਾ ਦ੍ਰਿਸ਼ ਕਿਵੇਂ ਦਾ ਹੈ, ਪਹਿਲੇ ਹਾਲਾਤ ਕਿੱਦਾਂ ਦੇ ਸਨ, ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। ਅੱਜ ਕਵੀ ਸੰਤੋਖ ਸਿੰਘ ਜੀ ਵੱਲੋਂ ਤਲਵੰਡੀ ਦਾ ਜੋ ਦ੍ਰਿਸ਼ ਹੈ ਕਿ ਉੱਥੋਂ ਦੇ ਲੋਕ, ਉੱਥੋਂ ਦੀ ਬਨਸਪਤੀ ਹਰਿਆਵਲ ਆਦਿਕ ਕਿਸ ਪ੍ਰਕਾਰ ਦੀ ਹੈ, ਇਸ ਦਾ ਬਿਆਨ ਅੱਜ ਦੀ ਮੁਬਾਰਕ ਕਥਾ ਦੇ ਵਿੱਚ ਕਵੀ ਜੀ ਨੇ ਕੀਤਾ ਹੈ। ਆਓ ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਗ ਮੈਂ ਰਘੁਵਰ ਕੁਲ ਅਕਲੰਕਾ, ਪ੍ਰਗਟੇ ਬੇਦ ਕੁਮੁਦ ਮੈਂ ਅੰਕਾ। ਕਵੀ ਜੀ ਕਹਿਣ ਲੱਗੇ, ਧਰਤੀ ਨੂੰ ਆਨੰਦ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੁੰਦਰ ਸਰੂਪ ਇਸ ਧਰਤੀ ਤੇ ਜਿਹੜਾ ਹੈ ਹੁਣ ਪ੍ਰਗਟ ਹੋਣ ਜਾ ਰਹੇ ਹਨ। ਏਕ ਓੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰ ਰੂਪ ਅਨੂਪਾ। ਪਰਮਾਤਮਾ ਵਾਹਿਗੁਰੂ ਨੇ ਆਪ ਸਤਿਗੁਰਾਂ ਦਾ ਜਿਹੜਾ ਹੈ ਰੂਪ ਧਾਰਨ ਕਰਕੇ ਇਸ ਸੰਸਾਰ ਤੇ ਪ੍ਰਗਟ ਹੋਣਾ ਹੈ। ਹੋਇਰਾ ਨਿਸਕੁਚਾਲ ਕਲ ਕਾਲ ਤਮ, ਉਡਗਨ ਦੰਭ ਸਮਾਜ। ਪਏ ਕੁਮੁਦ ਸੇ ਅਨਿਕ ਮਤ, ਇੰਦਰ ਮੁਹੰਮਦ ਰਾਜ। ਰਾਤ ਰੂਪੀ ਭੈੜੀਆਂ ਜਿਹੜੀਆਂ ਰਸਮਾਂ ਨੇ, ਰੀਤਾਂ ਨੇ, ਹਨੇਰਾ ਹੈ, ਤਾਰੇ ਨੇ, ਪਖੰਡੀ ਸਮਾਜ ਹੈ, ਹੋਰ ਮਤ ਆਦਿਕ ਨੇ। ਤੇ ਕਵੀ ਜੀ ਕਹਿਣ ਲੱਗੇ, ਇਸ ਪ੍ਰਕਾਰ ਜਿਵੇਂ ਕਿ ਸੂਰਜ ਚੜ੍ਹਨ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ, ਜਿਵੇਂ ਆਪ ਜੀ ਨੇ ਭਾਈ ਗੁਰਦਾਸ ਜੀ ਦੀਆਂ ਰਚਨਾ ਜਿਹੜੀਆਂ ਨੇ ਪੜ੍ਹੀਆਂ ਨੇ ਤੇ ਸੁਣੀਆਂ ਵੀ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨ ਧੀਰ ਧਰੋਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਿੰਘ ਦੀ ਤਰ੍ਹਾਂ, ਸ਼ੇਰ ਦੀ ਤਰ੍ਹਾਂ ਇਸ ਸੰਸਾਰ ਦੇ ਅੰਦਰ ਪ੍ਰਗਟ ਹੋਏ ਨੇ ਤੇ ਇੱਥੋਂ ਦੇ ਜਿਹੜੇ ਵਹਿਮ ਭਰਮ, ਪਖੰਡ ਆਦਿਕ ਜੋ ਵੀ ਸਨ, ਉਹ ਫਿਰ ਦੌੜ ਗਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਵੇਲੇ ਪਹਿਲਾਂ ਜਿਹੜਾ ਜੋ ਵੀ ਅਵਸਥਾਵਾਂ ਸੀ, ਜਿਸ ਪ੍ਰਕਾਰ ਦੇ ਵੀ ਹਾਲਾਤ ਸਨ, ਉਹ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤੇ। ਮਾਲਕ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਦੀ ਧਰਤੀ ਤੇ ਹੁਣ ਪ੍ਰਗਟ ਹੋਣ ਜਾ ਰਹੇ ਹਨ। ਪਰਿਕਾਸ਼ੇ ਸੰਤ ਧਾਮ ਰਸ ਹੇਰ ਵਿਕਾਸੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਏ ਤਾਂ ਸੰਤ ਅਤੇ ਜਿਹੜਾ ਹੈ ਕਮਲ ਵੇਖ ਕੇ ਖਿੜ ਗਏ ਨੇ, ਭਾਵ ਰੱਬ ਰੰਗੀਆਂ ਰੂਹਾਂ ਉਹ ਖਿੜੀਆਂ ਹਨ। ਦੰਬੀ ਸਮ ਉਹ ਲੋਕ ਦੁਖ ਭਾਰੀ, ਇਨਕਾ ਸੁਖਿਆਰੀ। ਦੰਬੀਆਂ, ਪਖੰਡੀਆਂ ਅਤੇ ਜਿਹੜਾ ਹੈ ਉੱਲੂਆਂ, ਭਾਵ ਮੂਰਖਾਂ ਨੂੰ ਜਿਹੜਾ ਬਹੁਤ ਭਾਰੀ ਦੁੱਖ ਹੋਇਆ ਹੈ। ਜਿਵੇਂ ਸ਼ੇਰ ਦੇ ਆਉਣ ਦੇ ਨਾਲ ਹੋਰ ਜਿਹੜੇ ਜੀਵ ਜੰਤੂ ਲੁਕ ਛਿਪ ਜਾਂਦੇ ਨੇ, ਸੂਰਜ ਚੜ੍ਹਨ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ। ਹੁਣ ਪ੍ਰਚਾਰ ਕਰਨ ਵਾਲਾ ਪਰਮੇਸ਼ਰ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਧਰਤੀ ਤੇ ਪ੍ਰਗਟ ਹੋਏ ਹਨ। ਆਤਪ ਭਗਤ ਜਗਤ ਪਰਿਕਾਸ਼ੀ, ਨੀਂਦ ਅਵਧਿਆ ਸਿੱਖਨ ਨਾਸ਼ੀ। ਰੱਬ ਦੀ ਭਗਤੀ ਦੀ ਲਹਿਰ ਹੁਣ ਸਾਰੇ ਜਗਤ ਦੇ ਵਿੱਚ ਪ੍ਰਕਾਸ਼ਮਾਨ ਹੋਈ ਹੈ ਤੇ ਸਿੱਖਾਂ ਦੀ ਜਿਹੜੀ ਲਾਲਸਾ, ਆਲਸ ਸੀ, ਜਿਹੜਾ ਅਵਿਦਿਆ ਸੀ, ਉਹ ਹੁਣ ਦੂਰ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਵੇਲੇ ਹੁਣ ਜਿਹੜਾ ਹੈ ਹਰ ਪਾਸੇ ਵਾਹਿਗੁਰੂ ਦੇ ਨਾਮ ਦੀ ਧੁਨ ਜਿਹੜਾ ਹੈ ਉਹ ਗੂੰਜ ਰਹੀ ਹੈ। ਗਿਆਨੀ ਨਾਮ ਮੈਂ ਨਰ ਬਰ ਜਾਗੇ, ਕਲ ਮਲ ਸੁਪਨਾ ਜਿਉ ਮਨ ਤਿਆਗੇ। ਗਿਆਨ ਤੇ ਨਾਮ ਦੇ ਵਿੱਚ ਸ੍ਰੇਸ਼ਟ ਜਿਹੜੇ ਪੁਰਖ ਸਨ, ਉਹਨਾਂ ਨੇ ਆਪਣੇ ਅੰਦਰ ਨੂੰ ਹੁਣ ਜਗਾ ਲਿਆ ਹੈ, ਜਾਗ ਪਏ ਨੇ ਉਹ ਅੰਦਰ ਤੋਂ ਤੇ ਐ ਅਲੋਪ ਹੋਏ ਮਾਨੋ ਕਿ ਆਲਸ, ਦਲਿੱਦਰਤਾ, ਕਿ ਜਿਵੇਂ ਰੌਸ਼ਨੀ ਨੂੰ ਵੇਖ ਕੇ ਹਨੇਰਾ ਦੂਰ ਹੁੰਦਾ ਹੋਵੇ। ਕਰਮ ਤਰਕ ਸਿੱਖੀ ਰਜ ਕੇ ਹੇਤਾ, ਪ੍ਰਗਟੇ ਸ਼੍ਰੀ ਬੇਦੀ ਕੁਲ ਕੇਤਾ। ਧਰਮ ਤੇ ਧਰਤੀ ਅਤੇ ਧੀਰਜ ਦੇ ਹਿੱਤ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੇਦੀ ਕੁਲ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ। ਸ਼੍ਰੀ ਬਾਲਾ ਸੰਦੂਰ ਵਾਸ ਗੋਇਰਾ, ਕਾਰਨ ਗੁਰ ਅਵਤਾਰੀ ਕੋ, ਮੈਂ ਬਰਨਿਓ
चित लाए, सुनो जन्म की अब कथा, श्री अंगद सुखदाए। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਵਤਾਰ ਧਾਰਨ ਦੇ ਕਾਰਨ ਨੂੰ ਮੈਂ ਮਨ ਤੇ ਚਿੱਤ ਕਰਕੇ ਹੁਣ ਬੜੇ ਪ੍ਰੇਮ ਦੇ ਨਾਲ ਵਰਣਨ ਕਰਨ ਲੱਗਾ ਹਾਂ। ਇਸ ਕਰਕੇ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦੀ ਜਨਮ ਦੀ ਕਥਾ ਸਰਵਣ ਕਰੋ ਜੀ। ਜੋ ਪਈ ਬਾਰ ਦੇਸ਼ ਸਭ ਦੇਸ਼, ਨਰੇਸ਼ੂ ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ। ਬਾਹਰ ਦੇਸ਼ ਅਤੇ ਦੇਸ਼ਾਂ ਦੇ ਰਾਜੇ ਗ੍ਰਾਮ ਰੂਪ ਪ੍ਰਜਾ ਦੇ ਦੁੱਖ ਦੂਰ ਕਰਦੇ ਹਨ। ਐਰਾਵਤੀ ਇੱਕ ਦ੍ਰਿਸ਼ਟ ਬਾਰੀ, ਸੁੰਦਰ ਰੰਗ ਤਰੰਗ ਉਚਾਰੀ। ਐਰਾਵਤੀ ਏਕ ਦ੍ਰਿਸ਼ ਬਾਰੀ, ਸੁੰਦਰ ਰੰਗ ਤਰੰਗ ਉਛਾਰੀ। ਇੱਕ ਪਾਸੇ ਸੁੰਦਰ ਰਾਵੀ ਨਦੀ ਹੈ, ਵਗ ਰਹੀ ਹੈ, ਜਿਸ ਦੀਆਂ ਰੰਗੀਨ ਲਹਿਰਾਂ ਉਛਾਲੇ ਮਾਰ ਰਹੀਆਂ ਹਨ। ਸੋਬਰ ਬਿਜਨ ਹੋਤ ਹੈ ਤਾਪੈ, ਨਿਪਤਾ ਕੋ ਲਛਨ ਛਬ ਥਾਪੈ। ਇੱਥੇ ਜਿਹੜਾ ਕਵੀ ਜੀ ਹੁਣ ਤਲਵੰਡੀ ਦਾ ਦ੍ਰਿਸ਼ ਬਿਆਨ ਕਰ ਰਹੇ ਨੇ, ਕਿਉਂਕਿ ਉਸ ਸਮੇਂ ਬਹੁਤ ਆਬਾਦ ਸੀ ਰਾਏ ਭੋਏ ਦੀ ਤਲਵੰਡੀ। ਉਸ ਤੋਂ ਬਾਅਦ ਕੁਝ ਕਾਰਨਾਂ ਵਸ ਜਿਹੜਾ ਹੈ ਇਹ ਤਲਵੰਡੀ ਉਜੜੀ ਹੈ। ਉਸ ਤੋਂ ਬਾਅਦ ਹੁਣ ਫਿਰ ਜਿਹੜਾ ਹੈ ਉਹ ਤਲਵੰਡੀ ਆਬਾਦ ਹੋਈ ਹੈ। ਕਵੀ ਜੀ ਕਹਿੰਦੇ ਨੇ, ਅਸਲ ਦੇ ਵਿੱਚ ਸੋ ਬਰ ਬਿਜਨ ਹੋਤ ਹੈ ਤਾਪੇ, ਨਿਭਤਾ ਕੋ ਲਛਨ ਛਬ ਥਾਪੇ। ਇੰਜ ਲੱਗਦਾ ਹੈ ਕਿ ਜਿਵੇਂ ਜਿਹੜਾ ਉਸ ਦੇ ਸੁੰਦਰ ਪੱਖਾ ਝੁੱਲ ਰਿਹਾ ਹੋਵੇ, ਜਿਸ ਤੋਂ ਜਿਹੜਾ ਹੈ ਮਾਨੋ ਕਿ ਰਾਜਪੁਣੇ ਦੇ ਸਾਰੇ ਗੁਣ ਜਿਹੜੇ ਵਿਦਮਾਨ ਹੋਣ। ਇਸ ਪ੍ਰਕਾਰ ਰਾਵੀ ਨਦੀ ਦੀਆਂ ਜਿਹੜੀਆਂ ਛੱਲਾਂ ਨੇ ਮਾਨੋ ਕਿ ਜਿਹੜਾ ਹੈ ਹਰ ਇੱਕ ਦੇ ਦਿਲ ਨੂੰ ਟੁੰਬ ਰਹੀਆਂ ਹਨ। ਚੰਦਰ ਪਗਾ ਦਿਸ਼ ਦੁਤ ਅਸੁਹਾਈ, ਮਾਲ ਤਰੰਗਨ ਸਵਛ ਉਠਾਈ। ਇੱਕ ਪਾਸੇ ਰਾਵੀ ਹੈ, ਦੂਸਰੇ ਪਾਸੇ ਚਨਾਬ ਹੈ। ਇਹ ਨਦੀਆਂ ਸ਼ੋਭਾ ਪਾ ਰਹੀਆਂ ਨੇ ਤੇ ਇਸ ਪ੍ਰਕਾਰ ਬਹੁਤ ਸ਼ੋਭਨੀਕ ਲੱਗ ਰਹੀਆਂ ਹਨ। ਪਰ ਹੋਤ ਕਮਰ ਛਬ ਪਾਰੀ, ਮਹਿਮਾ ਮਹਾਜਨਾਵਨਕਾਰੀ। ਮਾਨੋ ਕਿ ਇੰਜ ਲੱਗਦਾ ਹੈ ਕਿ ਸੁੰਦਰ ਚੌਰ ਜਿਹੜਾ ਹੈ ਭਾਰੀ ਸ਼ੋਭਾ ਪਾ ਰਿਹਾ ਹੈ ਤੇ ਉਹਦੀ ਜਿਹੜਾ ਹੈ ਮਹਿਮਾ ਵੇਖਣ ਯੋਗ ਹੈ, ਮਾਣ ਯੋਗ ਹੈ। ਸਦਾ ਸੁਕਾਲ ਸਸਿਨ ਕੋ ਮਾਸਾਲੀ, ਤੈ ਦੁਕਾਲ ਕੀ ਕੌਣ ਦੁਚਾਲੀ। ਸਦਾ ਸੁਕਾਲ ਸਸਿਨ ਕੋ ਸਾਲੀ, ਤੈ ਦੁਕਾਲ ਕੀ ਕੌਣ ਕੁਚਾਲੀ। ਫਸਲ ਬੜੀ ਹੁੰਦੀ ਹੈ ਇਸ ਇਲਾਕੇ ਦੇ ਵਿੱਚ, ਕਿਉਂਕਿ ਦੋਨੇ ਪਾਸੇ ਨਦੀਆਂ ਨੇ, ਚਨਾਬ ਹੈ, ਰਾਵੀ ਹੈ। ਤੇ ਮਾਨੋ ਕਿ ਇਹ ਨਦੀ ਹੈ ਖੇਤੀਆਂ ਦਾ ਘਰ ਹੈ। ਤੇ ਕਵੀ ਜੀ ਕਹਿੰਦੇ ਅਜਿਹੇ ਇਲਾਕੇ ਵਿੱਚ ਜਿਹੜਾ ਹੈ ਫਸਲ ਬਹੁਤ ਹੁੰਦੀ ਹੈ, ਕਾਲ ਇੱਥੇ ਪੈ ਹੀ ਨਹੀਂ ਸਕਦਾ। ਸਪਤ ਈਤ ਕੋ ਪੀਤ ਨ ਪਾਵਾ, ਫਸ ਕਰ ਕੁਲ ਤਜ ਅਨਤ ਪਰਾਵਾ। ਇਸ ਪ੍ਰਕਾਰ ਹੁਣ ਖੇਤੀਆਂ ਨੂੰ ਜਿਹੜੇ ਲੱਗਣ ਵਾਲੇ ਰੋਗ ਨੇ ਉਹ ਵੀ ਇਸ ਇਲਾਕੇ ਦੇ ਵਿੱਚ ਨਹੀਂ ਲੱਗਦੇ, ਜਿਵੇਂ ਕਿ ਔੜ ਲੱਗਣੀ, ਜ਼ਿਆਦਾ ਵਰਖਾ ਹੋਣੀ, ਚੂਹੇ ਪੈਣੇ, ਟਿੱਡੀਆਂ ਪੈਣੀਆਂ, ਪੰਛੀਆਂ ਦਾ ਜਿਹੜਾ ਹੈ ਖਾਣਾ, ਰਾਜੇ ਦੀ ਚੜ੍ਹਾਈ ਆਦਿਕ ਬਹੁਤ ਸਾਰੇ ਕਾਰਨ ਨੇ ਜਿਸ ਕਰਕੇ ਖੇਤੀ ਬਰਬਾਦ ਹੁੰਦੀ ਹੈ। ਇਹ ਕਾਰਨ ਵੀ ਇੱਥੇ ਨਹੀਂ ਸਨ ਤੇ ਕੋਈ ਡਰ ਨਹੀਂ ਸੀ। ਹਾਂਜੀ, ਮਤਕ ਜਾਤ ਜੈ ਮਨ ਬਿਰਮਾਵਾ, ਹੋਰ ਫੇਰ ਹੀ ਤੂੰ ਨਰ ਕੁਟੰਬ ਪੁਲਾਵਾ। ਹਰ ਪਾਸੇ ਜਿਹੜਾ ਹੈ ਆਨੰਦ ਹੈ, ਸਾਰੇ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਰਹਿੰਦੇ ਹਨ। ਫਲ ਫੂਲਨ ਦਲ ਉਤ ਦਰ ਚਾਰੂ, ਪਤਕ ਹੇਤ ਠਾਡੇ ਸੁਖਕਾਰੂ। ਉੱਥੇ ਫਲ ਵੀ ਫੜੇ ਨੇ, ਫੁੱਲ ਵੀ ਬਹੁਤ ਨੇ, ਭਾਵ ਹਰਿਆਵਲੀ ਇਲਾਕਾ ਹੈ। ਹਰ ਪਾਸੇ ਜਿਹੜਾ ਹੈ ਦਰਖਤ ਹੀ ਦਰਖਤ ਸ਼ੋਭਾ ਪਾ ਰਹੇ ਨੇ, ਹਰਿਆ ਭਰਿਆ ਥਾਂ ਹੈ। ਮਾਨੋ ਕਿ ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਉਹ ਧਰਤੀ ਨੂੰ ਪਰਮਾਤਮਾ ਨੇ ਸਵਰਗ ਵਰਗਾ ਬਣਾ ਦਿੱਤਾ।
ਇਸ ਪ੍ਰਕਾਰ ਬੜਾ ਇਹ ਸੁਖ ਦਿੰਦੇ ਹਨ। बसे लोक जय सुजन सुचाली दया धर्म के जे प्रतिपाली। ਇਸ ਗ੍ਰਾਮ ਦੇ ਵਿੱਚ ਬਹੁਤ ਚੰਗੇ ਸੂਝਵਾਨ, ਵਪਾਰ ਕਰਨ ਵਾਲੇ, ਚੰਗੇ ਵਿਹਾਰ ਵਾਲੇ, ਸਦਾਚਾਰ ਲੋਕ ਜਿਹੜੇ ਨੇ ਉਹ ਵਸਦੇ ਨੇ ਤੇ ਦਇਆ ਤੇ ਧਰਮ ਦੀ ਪੂਰੀ ਪਾਲਣਾ ਕਰਦੇ ਹਨ। आतिथ सेव मैं जिन मन राता गुण ग्राही सब विद अज्ञाता। ਜਿਹੜਾ ਕੋਈ ਲੋੜਵੰਦ ਆਉਂਦਾ ਹੈ ਉਹਨਾਂ ਦੀ ਵੀ ਸੇਵਾ ਕਰਦੇ ਨੇ, ਕੋਈ ਗਰੀਬੜਾ ਹੈ ਉਹਨਾਂ ਦੀ ਵੀ ਸੇਵਾ ਕਰਦੇ ਨੇ। ਮਾਨੋ ਕਿ ਜਿਹੜਾ ਹੈ ਇਸ ਇਲਾਕੇ ਦੇ ਲੋਕ ਹਰ ਇੱਕ ਲੋੜਵੰਦ ਦੀ ਸੇਵਾ ਲਈ ਤਤਪਰ ਹਨ। उपजै जय तुरंग बहु सुंदर भली तरलता गुण के मंदर। ਇਸ ਇਲਾਕੇ ਦੇ ਵਿੱਚ ਮਾਨੋ ਕਿ ਗੁਣਾਂ ਦੇ ਭੰਡਾਰ ਜਿਹੜੇ ਨੇ ਲੋਕਾਂ ਦੇ ਵਿੱਚ ਨੇ, ਬੜੇ ਸੁੰਦਰ, ਅਸਲ ਦੇ ਵਿੱਚ ਜਿਹੜਾ ਹੈ ਸੂਝਵਾਨ, ਸੋਹਣੇ, ਤਾਕਤਵਰ। ਆਦਿਕ ਕਵੀ ਜੀ ਕਹਿਣ ਲੱਗੇ ਤਿੱਖੇ, ਬਲੀ, ਤੇਜ ਗੁਣਾਂ ਵਾਲੇ, ਸੁੰਦਰ ਘਰ ਆਦਿਕ ਬਹੁਤ ਜਿਹੜੇ ਨੇ ਇਹ ਤਲਵੰਡੀ ਇਲਾਕੇ ਦੇ ਵਿੱਚ ਹਰ ਇੱਕ ਚੀਜ਼ ਸ਼ੋਭਾ ਪਾ ਰਹੀ ਹੈ। और पशु बहु सुभग सुजाति तिनकी खान किन विद खयाति। ਇਸ ਇਲਾਕੇ ਦੇ ਵਿੱਚ ਪਸ਼ੂ ਵੀ ਬੜੇ ਸੋਹਣੀਆਂ ਨਸਲਾਂ ਵਾਲੇ ਨੇ। ਰੱਬ ਨੇ ਜਿਹੜਾ ਮਾਨੋ ਕਿ ਆਪ ਪ੍ਰਗਟ ਕੀਤੇ ਹੋਣਾ। जो अस देश रुचर बार सगरा भरत खंड में शब्द उजगरा। ਮਾਨੋ ਕਿ ਜਿਹੜਾ ਹੈ ਬਾਰ ਦਾ ਉਹ ਇਲਾਕਾ ਰਾਜੇ ਭਰਤ ਦੇ ਦੇਸ਼ ਵਾਂਗ ਸ਼ੋਭਾ ਪਾ ਰਿਹਾ ਹੈ ਤੇ ਤਲਵੰਡੀ ਮਾਨੋ ਕਿ ਸ਼ੋਭਨੀਕ ਪ੍ਰਮਾਤਮਾ ਨੇ ਬਣਾਈ ਹੋਵੇ। तै मैं तलवंडी पल नगरी सारी बरन कर पूरत सगरी। ਉਸ ਦੇਸ਼ ਵਿੱਚ ਜਿਹੜਾ ਹੈ ਤਲਵੰਡੀ ਨਾਮੀ ਜਿਹੜਾ ਹੈ ਇੱਕ ਭਲਾ ਨਗਰ ਹੈ ਤੇ ਕਵੀ ਜੀ ਕਹਿਣ ਲੱਗੇ ਇਸ ਨਗਰ ਦੇ ਵਿੱਚ ਚਾਰੇ ਵਰਣ ਜਿਹੜੇ ਰਹਿੰਦੇ ਨੇ, ਬ੍ਰਾਹਮਣ ਵੀ ਨੇ, ਖੱਤਰੀ ਵੀ ਨੇ, ਵੈਸ਼ ਵੀ ਨੇ, ਸ਼ੂਦਰ ਭਾਵ ਹਰ ਇੱਕ ਸ਼੍ਰੇਣੀ ਰਹਿੰਦੀ ਹੈ। मैं के चौदिस बाग सुहावा कुसुम बाटिका बहु छब पावा। ਕਵੀ ਜੀ ਕਹਿੰਦੇ ਨੇ ਉਸ ਨਗਰ ਦੇ ਚਾਰ ਸਫੇਰੇ ਜਿਹੜਾ ਹੈ ਬਾਗ ਬੜਾ ਸੋਹਣਾ ਲੱਗਾ ਹੋਇਆ ਹੈ ਤਲਵੰਡੀ ਇਲਾਕੇ ਦੇ ਵਿੱਚ ਤੇ ਮਾਨੋ ਕਿ ਸ਼ੋਭਾ ਪਾ ਰਹੇ ਨੇ ਫੁੱਲ, ਪੱਤੀਆਂ, ਬਗੀਚੇ ਆਦਿਕ ਜਿਹੜਾ ਜਿਤਨੇ ਵੀ ਇਹ ਵਨਸਪਤੀ ਉਸ ਇਲਾਕੇ ਨੂੰ, ਉਸ ਗ੍ਰਾਮ ਨੂੰ ਜਿਹੜਾ ਹੈ ਬਹੁਤ ਸੁੰਦਰ ਤੇ ਸ਼ੋਭਨੀਕ ਬਣਾ ਰਹੇ ਹਨ। नगर कोट दृढ़ बनियो तंगा मत सर तरता जो गिर संगा। ਨਗਰ ਦੇ ਇਰਦ ਗਿਰਦ ਜਿਹੜਾ ਕਿਲੇ ਵਾਂਗ ਇੱਕ ਉੱਚੀ ਦੀਵਾਰ ਬਣੀ ਹੋਈ ਹੈ ਤੇ ਜਿਹਦੀ ਮਜ਼ਬੂਤੀ ਜਿਹੜੀ ਹੈ ਪਹਾੜ ਦਾ ਮੁਕਾਬਲਾ ਕਰਦੀ ਹੈ। हटा कटा संग करत बिलासा मनो निरोधन की है आशा। ਨਗਰ ਦੇ ਵਿੱਚ ਉੱਚੀਆਂ ਅਟਾਰੀਆਂ ਵੀ ਬਣੀਆਂ ਹੋਈਆਂ ਨੇ ਮਾਨੋ ਕਿ ਉਹ ਬੱਦਲਾਂ ਨੂੰ ਛੂੰਹਦੀਆਂ ਹੋਣ। ਇਸ ਪ੍ਰਕਾਰ ਹੁਣ ਤਲਵੰਡੀ ਦਾ ਜੋ ਦ੍ਰਿਸ਼ ਹੈ ਕਵੀ ਜੀ ਇੱਥੇ ਬਿਆਨ ਕਰ ਰਹੇ ਹਨ। मंदर जय सुंदर छब पाई सरब रुति ना मैं जे सुखदाई। ਨਗਰ ਵਿੱਚ ਘਰ ਵੀ ਬੜੇ ਸੁੰਦਰ ਬਣੇ ਹੋਏ ਨੇ ਜਿਹੜੇ ਸਾਰੀਆਂ ਰੁੱਤਾਂ ਦੇ ਵਿੱਚ ਸੁਖਦਾਇਕ ਨੇ। ਕਹਿਣ ਤੋਂ ਭਾਵ ਕਈ ਘਰ ਇਹੋ ਜਿਹੇ ਹੁੰਦੇ ਨੇ ਕਿ ਕੋਈ ਵੀ ਰੁੱਤ ਆ ਜਾਵੇ ਉਸ ਘਰ ਦੇ ਵਿੱਚ ਜਿਹੜਾ ਹੈ ਮਾਨੋ ਕਿ ਇੱਕੋ ਜਿਹਾ ਮਾਹੌਲ ਹੁੰਦਾ ਹੈ। ਕਈ ਇਹੋ ਜਿਹੇ ਮਕਾਨ, ਇਹੋ ਜਿਹੇ ਘਰ ਹੁੰਦੇ ਨੇ ਠੰਡਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਮਾਹੌਲ ਹੈ, ਗਰਮੀਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਹੈ, ਪਰ ਕੁਝ ਘਰ ਇਹੋ ਜਿਹੇ ਹੁੰਦੇ ਨੇ ਗਰਮ ਤੇ ਸਰਦ ਰਿਤੂ ਦੇ ਵਿੱਚ ਇੱਕੋ ਜਿਹੇ ਹੁੰਦੇ ਨੇ ਤੇ ਕਵੀ ਜੀ ਕਹਿੰਦੇ ਇਹੋ ਜਿਹੀ ਉੱਥੋਂ ਦੇ ਜਿਹੜਾ ਹੈ ਘਰਾਂ ਦੀ ਬਣਤਰ ਹੈ ਕਿ ਦੋਨੇ ਰੁੱਤਾਂ ਦੇ ਵਿੱਚ ਉਹ ਸੁਖਦਾਇਕ ਹਨ। अष्टापद सम विपनी पूरी बनज सोज सो आपन पूरी। ਮਾਨੋ ਕਿ ਇੱਥੇ ਵਣਜ ਵੀ, ਵਪਾਰ ਵੀ ਬੜਾ ਚੰਗਾ ਹੁੰਦਾ ਹੈ। ਸਾਰੀਆਂ ਦੁਕਾਨਾਂ ਵੀ ਨੇ ਸੌਦਿਆਂ ਦੇ ਨਾਲ ਭਰੀਆਂ ਹੋਈਆਂ ਨੇ, ਕਿਸੇ ਕਿਸਮ ਦੀ ਕੋਈ ਕਮੀ ਨਹੀਂ। श्री नानक आराम के हेतु
रचियो सुरग बिद सुख संकेतु। श्री नानक आगम के हेतु, रचियो सुरग बिद सुख संकेतु। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਵਾਸਤੇ ਮਾਨੋ ਕਿ ਪ੍ਰਮਾਤਮਾ ਨੇ ਸਵਰਗ ਵਰਗਾ ਸੁੱਖਾਂ ਦਾ ਘਰ ਇਹ ਤਲਵੰਡੀ ਬਣਾ ਦਿੱਤਾ ਹੋਵੇ। ਸੁਰ ਵੀ ਖੀਰ ਪਾਈ ਉਖ ਸਮਾਨਾ, ਸੁਰ ਸਮ ਸੁੰਦਰ ਮਨ ਜਿ ਸੁਜਾਨਾ। ਇਸ ਗ੍ਰਾਮ ਦੇ ਵਿੱਚ ਗਾਵਾਂ ਬਹੁਤ ਨੇ। ਸੁਰਭੀ ਦਾ ਅਰਥ ਹੈ ਗਾਂ। ਗਊਆਂ ਦਾ ਜਿਹੜਾ ਹੈ ਦੁੱਧ ਅੰਮ੍ਰਿਤ ਵਰਗਾ ਹੈ ਤੇ ਨਗਰੀ ਦੇ ਜਿਹੜੇ ਮਨੁੱਖ ਨੇ ਮਾਨੋ ਉਹਨਾਂ ਦਾ ਸੁਭਾਅ ਦੇਵਤਿਆਂ ਵਰਗਾ ਹੈ। ਜੇ ਕੀ ਰਚਨਾ ਹੀਰ ਬਚਿਤਰਾ, ਵਿਸ਼ਕਰਮਾ ਹੋਇਓ ਚਿਤ ਚਿਤਰਾ। ਇੱਥੇ ਵਿਸ਼ਕਰਮਾ ਦਾ ਨਾਮ ਆਇਆ ਹੈ ਤੇ ਇਤਿਹਾਸ ਦੇ ਵਿੱਚ ਹਿੰਦੂ ਸਮਾਜ ਦੇ ਵਿੱਚ ਵੀਰਾਂ ਦੇ ਵਿੱਚ ਵਿਸ਼ਕਰਮਾ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਮਿਸਤਰੀ ਆਦਿਕ ਜਿਹੜਾ ਹੈ ਇਹਦਾ ਦਿਨ ਵੀ ਮਨਾਉਂਦੇ ਨੇ ਕਿ ਹਾਂ ਇਹ ਬਹੁਤ ਕਾਰੀਗਰ ਸੀ, ਬਹੁਤ ਸੁੰਦਰ ਜਿਹੜਾ ਹੈ ਚੀਜ਼ਾਂ ਬਣਾ ਦਿੰਦਾ ਸੀ, ਹੱਥ ਦੇ ਵਿੱਚ ਇਹਦੇ ਕਲਾ ਸੀ। ਪਰ ਇੱਥੇ ਕਵੀ ਜੀ ਕਹਿਣ ਲੱਗੇ ਮਾਨੋ ਕਿ ਜਿਹੜਾ ਹੈ ਵਿਸ਼ਕਰਮਾ ਵੀ ਵੇਖ ਕੇ ਇਸ ਨਗਰੀ ਨੂੰ ਹੈਰਾਨ ਹੋ ਗਿਆ ਕਿ ਇਹ ਨਗਰੀ ਦੀ ਬਣਤਰ ਜਿਹੜੀ ਹੈ ਕਿਸ ਪ੍ਰਕਾਰ ਦੀ ਹੈ। ਕੇਵਲ ਉਦਾਹਰਨ ਲਈ ਕਵੀ ਜੀ ਨੇ, ਸਾਡੀ ਕੋਈ ਮਾਨਤਾ ਨਹੀਂ, ਜਿਨ੍ਹਾਂ ਦੀ ਹੈ ਉਹਨਾਂ ਨੂੰ ਮੁਬਾਰਕ ਹੈ। ਪਰ ਇੱਥੇ ਇੱਕ ਉਦਾਹਰਨ ਲਈ ਗਈ ਹੈ ਕਿ ਇਹਨੂੰ ਵਿਸ਼ਕਰਮਾ ਨੂੰ ਬੜਾ ਜਿਹੜਾ ਹੈ ਮੰਨਿਆ ਜਾਂਦਾ ਹੈ ਕਿ ਹਾਂ ਕਲਾਕਾਰ ਹੈ, ਮਿਸਤਰੀ ਹੈ, ਤਰਾਸ਼ਦਾ ਹੈ ਚੀਜ਼ਾਂ ਨੂੰ ਬੜਾ ਸੁੰਦਰ। ਪਰ ਕਵੀ ਜੀ ਕਹਿਣ ਲੱਗੇ ਪਰਮਾਤਮਾ ਨੇ ਤਲਵੰਡੀ ਦੀ ਧਰਤੀ ਨੂੰ ਇਸ ਪ੍ਰਕਾਰ ਤਰਾਸ਼ਿਆ ਹੈ ਕਿ ਵਿਸ਼ਕਰਮਾ ਵਰਗੇ ਵੀ ਵੇਖ ਕੇ ਹੈਰਾਨ ਹਨ। ਸਤ ਪਾਠੀ ਹੋਤੀ ਤਤਵੇ ਤੂ, ਖਟ ਕਰਮੀ ਕ੍ਰਿਤ ਕੇਵਲ ਹੇਤੂ। ਇਸ ਨਗਰ ਦੇ ਵਿੱਚ ਵੇਦਾਂ ਦਾ ਪਾਠ ਕਰਨ ਵਾਲੀ, ਯੱਗ ਕਰਨ ਵਾਲੇ ਆਦਿਕ ਜਿਹੜਾ ਹੈ ਮੁਕਤੀ ਕਰਨ ਵਾਸਤੇ ਖਟ ਕਰਮੀ ਆਦਿਕ ਜਿਹੜਾ ਹੈ ਹਰ ਇੱਕ ਸ਼੍ਰੇਣੀ ਵਸਦੀ ਹੈ। ਅਸ ਤਿਜ ਵਰ ਜੈ ਬਸੇ ਸੁਖਾਰੇ, ਛਤਰੀ ਧਰਮ ਯੁੱਧ ਹਿਤ ਧਾਰੇ। ਇੱਥੇ ਬ੍ਰਾਹਮਣ ਵੀ ਵਸਦੇ ਨੇ, ਇੱਥੇ ਛਤਰੀ ਵੀ ਵਸਦੇ ਨੇ, ਇੱਥੇ ਮਾਨੋ ਕਿ ਹਰ ਇੱਕ ਸ਼੍ਰੇਣੀ ਵਸਦੀ ਹੈ। ਬਨਕ ਤਨੀ ਕ੍ਰਿਤ ਬਨਜ ਬਨੀਤਾ, ਬਾਤ ਕੁਸ਼ਲ ਬੇਦਨ ਪਤ ਪ੍ਰੀਤਾ। ਜਿਹੜੇ ਵਪਾਰੀ ਨੇ ਉਹ ਵੀ ਸੁੰਦਰ ਵਪਾਰ ਕਰਦੇ ਨੇ, ਚੰਗੇ ਵਿਹਾਰ ਵਾਲੇ ਨੇ ਤੇ ਅਸਲ ਦੇ ਵਿੱਚ ਮਨੁੱਖ ਜਿਹੜੇ ਨੇ ਉਹ ਧਰਮ ਦੇ ਰਸਤੇ ਤੇ ਜ਼ਿਆਦਾ ਚੱਲਣ ਵਾਲੇ ਹਨ। ਇਸ ਇਲਾਕੇ ਦੇ ਵਿੱਚ ਸ਼ੂਦਰ ਸਭਿਨ ਕੀ ਸੇਵ ਕਰੇ, ਨਿਪੁਨ ਕਾਰ ਨਿਜ ਨਿਜ ਮੈਂ ਤੇ। ਅਸਲ ਦੇ ਵਿੱਚ ਜਿਹੜਾ ਹੈ ਇੱਥੇ ਉਹ ਵੀ ਸ਼੍ਰੇਣੀ ਹੈ ਕਿਉਂਕਿ ਸਨਾਤਨ ਮਤ ਦੇ ਅੰਦਰ ਹਿੰਦੂ ਵੀਰਾਂ ਦੇ ਮੁਤਾਬਕ 4 ਸ਼੍ਰੇਣੀਆਂ ਨੂੰ ਜਿਹੜਾ ਹੈ ਮੰਨਿਆ ਜਾਂਦਾ ਹੈ। ਇੱਕ ਬ੍ਰਾਹਮਣ ਹੈ, ਇੱਕ ਜਿਹੜਾ ਹੈ ਅਸਲ ਦੇ ਵਿੱਚ ਖੱਤਰੀ, ਫਿਰ ਵੈਸ਼, ਫਿਰ ਸ਼ੂਦਰ। ਸਾਨੂੰ ਮਾਲਕ ਨੇ ਜਿਹੜਾ ਹੈ ਇੱਥੇ ਕੋਈ ਵੀ ਵਿਤਕਰਾ ਨਹੀਂ ਦੱਸਿਆ, ਪਰ ਉੱਥੇ ਹੈ, ਅੱਜ ਵੀ ਹੈ। ਬ੍ਰਾਹਮਣ ਨੂੰ ਜਿਹੜਾ ਹੈ ਉਚਿਤਾ ਦਿੱਤੀ ਗਈ ਹੈ। ਛਤਰੀ ਕੇਵਲ ਜਿਹੜਾ ਸ਼ਸਤਰ ਹੀ ਚਲਾ ਸਕਦਾ ਹੈ, ਵੈਸ਼ ਜਿਹੜਾ ਹੈ ਉਹ ਵਪਾਰ ਕਰਨ ਵਾਲਾ ਹੈ, ਸ਼ੂਦਰ ਵਿਚਾਰਾ ਉਹ ਹਰ ਕਿਸੇ ਦੀ ਸੇਵਾ ਕਰਨ ਵਾਸਤੇ, ਉਹਨੂੰ ਮੰਦਰ 'ਚ ਨਹੀਂ ਵੜਨ ਦਿੱਤਾ ਜਾਂਦਾ। ਅੱਜ ਵੀ ਹੈ, ਹਾਲਾਤ ਨੇ ਅੱਜ ਵੀ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ, ਵੇਖ ਸਕਦੇ ਹੋ ਆਪਣੀਆਂ ਅੱਖਾਂ ਦੇ ਰਾਹੀਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਕਰ ਦਿੱਤਾ। ਸਾਨੂੰ ਇਕੱਲਿਆਂ ਨੂੰ ਹੀ ਸਾਡੇ ਅੰਦਰ ਇਹ 4 ਗੁਣ ਭਰ ਦਿੱਤੇ। ਤੂੰ ਗਿਆਨੀ ਵੀ ਬਣ ਸਕਦਾ, ਤੂੰ ਸ਼ਸਤਰ ਧਾਰਨ ਕਰਕੇ ਯੁੱਧ ਵੀ ਲੜ ਸਕਦਾ ਹੈ, ਆਪਣੀ ਰੱਖਿਆ ਤੇ ਦੂਸਰੇ ਦੀ ਰੱਖਿਆ ਵੀ ਕਰ ਸਕਦਾ ਹੈ, ਤੂੰ ਵਪਾਰ ਵੀ ਕਰ ਸਕਦਾ ਹੈ ਤੇ ਤੂੰ ਸੇਵਾ ਵੀ ਕਰ ਸਕਦਾ ਹੈ। ਤੇ ਅਮੀਰ ਤੋਂ ਅਮੀਰ ਸਿੱਖ ਵੀ ਹੋਵੇ ਉਹ ਵੀ ਆ ਕੇ ਇੱਥੇ ਝਾੜੂ ਫੜ ਲੈਂਦਾ, ਉਹ ਵੀ ਕਿਤੇ ਜੇਕਰ ਲੋੜ ਹੋਵੇ ਉਹ ਸੇਵਾ ਲਈ ਤਤਪਰ ਹੁੰਦਾ ਹੈ। ਉੱਥੇ ਇਹ ਨਹੀਂ ਕਿ ਹਾਂ ਇਹ
ਆਪਾਂ ਜਿਹੜਾ, ਕਿਉਂਕਿ ਹਰ ਇੱਕ ਚੀਜ਼ ਹੈ ਘਰ ਦੇ ਵਿੱਚ ਵੀ ਜੇਕਰ ਨਾਲੀ ਸਾਫ਼ ਕਰਨੀ ਹੋਵੇ ਨਾ, ਤੇ ਮੈਂ ਆਪਣੇ ਆਪ ਨੂੰ ਸਮਝਦਾ ਹਾਂ ਕਿ ਹਾਂ ਵੀ ਮੈਂ ਵੱਡਾ ਤੇ ਮੈਂ ਨਾਲੀ ਵਿੱਚ ਕਿਉਂ ਹੱਥ ਮਾਰਾਂ। ਇਹ ਤਾਂ ਕਿਸੇ ਸਾਡੀ ਨੌਕਰਾਣੀ ਜਾਂ ਸਾਡੇ ਜਿਹੜਾ ਹੈ ਨੌਕਰ ਦਾ ਕੰਮ ਹੈ, ਅਸੀਂ ਕਿਉਂ ਕਰਾਂਗੇ। ਸਾਡੇ ਅੰਦਰ ਇਹ ਚੀਜ਼ ਹੈ ਹਾਲੇ ਵੀ, ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਤੁਹਾਨੂੰ ਇੱਕੋ ਜਿਹਾ ਬਣਾਇਆ, ਤੁਹਾਡੇ ਅੰਦਰ ਕੋਈ ਵਿਤਕਰਾ ਨਹੀਂ ਪੈਦਾ ਕੀਤਾ ਕਿ ਹਾਂ ਤੇਰੇ ਅੰਦਰ ਗਿਆਨ ਆ ਗਿਆ ਤੇ ਤੂੰ ਦੂਜੇ ਨੂੰ ਕੁਝ ਸਮਝੇ ਹੀ ਨਾ। ਨਹੀਂ, ਮਾਲਕ ਨੇ ਚਾਰੇ ਗੁਣ ਪਾ ਦਿੱਤੇ, ਪਰ ਮੱਤ ਦੇ ਵਿੱਚ, ਹੋਰਾਂ ਮੱਤਾਂ ਦੇ ਵਿੱਚ ਜਿਹੜਾ ਹੈ ਇਹ ਚੀਜ਼ਾਂ ਹਾਲੇ ਵੀ ਨੇ। ਉੱਥੇ ਜਿਹੜਾ ਹੈ ਹਾਲੇ ਵੀ ਇਹ ਚੀਜ਼ਾਂ ਮੰਨ ਲਓ ਕਿ ਪਨਪ ਰਹੀਆਂ ਨੇ ਬਾਰ-ਬਾਰ, ਤੇ ਸੰਸਾਰ ਦੇ ਅੰਦਰ ਇਹ ਚੀਜ਼ ਹੋ ਰਹੀ ਹੈ। ਤੇ ਕਵੀ ਜੀ ਕਹਿਣ ਲੱਗੇ ਇੱਥੇ ਜਿਹੜਾ ਹੈ ਹਰ ਇੱਕ ਸ਼੍ਰੇਣੀ ਦਾ ਹੈ, ਹਰ ਇੱਕ ਸ਼੍ਰੇਣੀ। ਸੇਵਾ ਕਰਨ ਵਾਲੇ ਵੀ ਨੇ, ਉਹ ਵੀ ਨੇ, ਨਿਪੁੰਨ ਕਾਜ ਨਿਜ ਨਿਜ ਮਹਿਤੇਈ, ਆਪਣਾ ਆਪਣਾ ਕੰਮ ਸਾਰੇ ਬੜੀ ਕੁਸ਼ਲਤਾ ਦੇ ਨਾਲ ਕਰ ਰਹੇ ਹਨ। ਨਾਰੀ ਅਰੋਗਤਾ ਯੁਤ ਕੁਸ਼ਲਾਤਾ, ਵੈਦਕ ਪਟੇ ਹੇਤ ਸਭ ਗਿਆਤਾ। ਮਨੁੱਖ ਜਿਹੜੇ ਨੇ ਨਾ, ਉਹ ਅਰੋਗਤਾ ਦੇ ਨਾਲ, ਪ੍ਰਸੰਨਤਾ ਦੇ ਨਾਲ ਵਿਚਰ ਰਹੇ ਨੇ। ਹਰ ਪਾਸੇ ਖੁਸ਼ਹਾਲੀ ਹੈ, ਹਰ ਪਾਸੇ ਜਿਹੜਾ ਹੈ ਮੰਨ ਲਓ ਕਿ ਉਹ ਰੋਗ ਰਹਿਤ ਨਗਰੀ ਹੈ ਉਸ ਸਮੇਂ। ਤੇ ਸਭ ਨੂੰ ਜਿਹੜਾ ਹੈ ਗਿਆਨ ਦੇਣ ਵਾਸਤੇ ਮੰਨ ਲਓ ਕਿ ਉੱਥੇ ਜਿਹੜਾ ਹੈ ਨਾ ਧਰਮ ਸ਼ਾਸਤਰਾਂ ਦਾ ਉਚਾਰਨ ਹੁੰਦਾ ਰਹਿੰਦਾ ਹੈ। ਵੇਦੀ ਬੰਸ ਬਸੇ ਤਨੁ ਧਾਰੀ, ਜੁਤ ਬੇਦ ਕਾ ਜਿਨੇ ਸੁਧਾਰੀ। ਇਸ ਪ੍ਰਕਾਰ ਉੱਥੇ ਸ਼ਸਤਰਧਾਰੀ ਵੇਦੀ ਬੰਸ ਵੀ ਵਸਦੇ ਨੇ। ਤੇ ਕਵੀ ਜੀ ਕਹਿਣ ਲੱਗੇ ਜਿਨ੍ਹਾਂ ਨੇ ਯੁੱਧ ਵਿਦਿਆ ਦਾ ਸੁਧਾਰ ਕੀਤਾ ਸੀ ਉਹ ਵੀ ਵਸਦੇ ਹਨ। ਕੁੰਡ ਕਾਲਿਕਾ ਪਾਵਕ ਕੁੰਡਾ, ਯਗ ਥੰਬ ਸੇ ਸ਼ੋਭਤ ਝੰਡਾ। ਹਰ ਇੱਕ ਧਰਮ ਦਾ ਚਿਹਨ ਹੈ ਉੱਥੇ, ਹਰ ਇੱਕ ਧਰਮ ਵਾਲੇ ਵਸਦੇ ਨੇ। ਹਰ ਇੱਕ ਧਰਮ ਦੇ ਜਿਹੜਾ ਮੰਨ ਲਓ ਕਿ ਜੋ ਵੀ ਕਿਰਿਆ ਕੀਤੀ ਜਾਂਦੀ ਹੈ ਉਸ ਸਥਾਨ ਤੇ, ਉਸ ਨਗਰ ਦੇ ਵਿੱਚ ਹੁੰਦੀ ਹੈ। ਕਿਰਪਨ ਸਮਕਾ ਤੁਰਤਾ ਕੋਏ, ਕਰਵਾਰ ਕੇ ਕੀਨ ਸਰੋਏ। ਇਸ ਪ੍ਰਕਾਰ ਜਗ ਕਰਤਾ ਨੇ ਜਿਹੜਾ ਹੈ, ਜਿਵੇਂ ਕਿ ਸ਼ੂਮਤਾ ਛੱਡਣੀ ਹੁੰਦੀ ਹੈ, ਇੱਥੇ ਜਿਹੜਾ ਹੈ ਯੱਗ ਕਰਨ ਵਾਲੇ ਜਿਹੜੇ ਨੇ ਇਹਨਾਂ ਨੇ ਕਾਇਰਤਾ ਛੱਡੀ ਹੈ। ਉਹ ਕਾਇਰ ਨਹੀਂ ਹਨ, ਉਸ ਇਲਾਕੇ ਦੇ ਵਿੱਚ ਡਰਦੇ ਨਹੀਂ ਕਿਸੇ ਤੋਂ। ਤੇ ਜਿਵੇਂ ਕਿ ਅੱਗ ਦੇ ਵਿੱਚ ਘਿਓ ਪਾਈਦਾ ਹੈ, ਕਵੀ ਜੀ ਕਹਿਣ ਲੱਗੇ ਇੱਥੇ ਜਿਹੜਾ ਹੈ ਨਾ ਮਾਨੋ ਕਿ ਸ਼ਮਸ਼ੀਰਾਂ ਹੱਥ ਦੇ ਵਿੱਚ ਨੇ, ਆਪਣੀ ਰੱਖਿਆ ਕਰਦੇ ਨੇ, ਹੋਰਨਾਂ ਦੀ ਰੱਖਿਆ ਕਰਨ ਦੇ ਤਤਪਰ ਰਹਿੰਦੇ ਹਨ। ਦੁਸ਼ਟਾ ਮਿਖ ਬੋਧੀ ਨੇ ਆਹੂਤੀ, ਜੈ ਸਰ ਪੀ ਸ਼ੋਣਤ ਸੰਯੂਤੀ। ਇਸ ਪ੍ਰਕਾਰ ਦੁਸ਼ਟ ਮਨੁੱਖ ਜਿਹੜੇ ਨੇ ਇੱਥੇ ਜਿਹੜਾ ਹੈ ਕੋਈ ਰਿਆਇਤ ਨਹੀਂ ਇਸ ਇਲਾਕੇ ਦੇ ਵਿੱਚ। ਤੇ ਅਸਲ ਦੇ ਵਿੱਚ ਮੰਨੋ ਕਿ ਉਹ ਘਿਓ ਦੀ ਜਗ੍ਹਾ ਤੇ ਉੱਥੇ ਲਹੂ ਦੀ ਆਹੂਤੀ ਦਿੱਤੀ ਜਾਂਦੀ ਹੈ, ਭਾਵ ਦੁਸ਼ਟਾਂ ਦਾ ਨਾਸ਼ ਹੁੰਦਾ ਹੈ। ਅਸਬੇ ਦੀਵਾਸੀ ਤਲਵੰਡੀ, ਜਿਨ ਕੀ ਬਹੁ ਕੀਰਤ ਜਗ ਮੰਡੀ। ਇਸ ਪ੍ਰਕਾਰ ਐਸੇ ਵੇਦੀ ਖਾਨਦਾਨ ਜਿਹੜੇ ਨੇ ਤਲਵੰਡੀ ਦੇ ਵਾਸੀ ਨੇ, ਜਿਨ੍ਹਾਂ ਦੀ ਜਗਤ ਦੇ ਵਿੱਚ ਬੜੀ ਕੀਰਤੀ ਕਾਇਮ ਹੋ ਚੁੱਕੀ ਹੈ। ਚਿਰੰਕਾਲ ਤੈ ਰਹਿਤ ਬਿਤਾਈ, ਪਾਸ਼ਿਵ ਰਾਮ ਦਾਸ ਕੁਲ ਮਾਹੀ। ਇਸੇ ਕੁਲ ਦੇ ਵਿੱਚ ਫਿਰ ਜਿਹੜਾ ਹੈ ਨਾ ਬਾਬਾ ਸ਼ਿਵਰਾਮ ਜੀ ਕੌਣ ਨੇ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਸ਼ਿਵਰਾਮ ਜੀ ਬਾਬੇ ਕਾਲੂ ਜੀ ਦੇ ਪਿਤਾ ਜੀ ਇਸੇ ਕੁਲ ਦੇ ਵਿੱਚੋਂ ਸਨ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ, ਜੀਵਾ ਰਜ ਤਮ ਕੀ ਤਜ ਦੀਨੀ। ਇਸ ਪ੍ਰਕਾਰ ਜਿਨ੍ਹਾਂ ਦੀ ਬਿਰਤੀ ਬੜੀ ਸ਼ਾਂਤ ਹੈ, ਸੂਖਮ ਹੈ, ਤੇ ਉਹਨਾਂ ਦੇ ਅੰਦਰ ਜਿਹੜਾ ਹੈ ਰਜੋ ਤਮੋ ਤੇ ਸਤੋ ਗੁਣੀ ਜਿਹੜਾ ਹੈ ਨਾ ਇਹਨਾਂ ਦਾ ਪ੍ਰਭਾਵ ਨਹੀਂ ਹੈ। ਹੋਇਆ ਹਿੰਸਿਆ ਯੁੱਧ ਕਰ ਚੋਰੇ, ਸ਼੍ਰੀਪਤ ਕੇ ਪਦ ਪਦਮ ਨਿਹੋਰੇ। ਹਿੰਸਾ ਰਹਿਤ ਹੋ ਕੇ ਉਹਨਾਂ ਨੇ ਸ਼ਸਤਰ ਹੱਥੋਂ ਛੱਡੇ ਨੇ ਤੇ ਰੱਬੀ ਭਗਤੀ ਦੇ ਵਿੱਚ ਉਹ ਲੀਨ ਹੋ ਗਏ। ਸ਼ੈ ਬਨਾਇ ਰਸੀ ਨਾਮ ਸੁਤੀਆ, ਪਤਿਵ੍ਰਤ ਧਰਮ ਜਾਸ ਤਿੜ ਕੀਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਦਾਦੀ ਦਾ ਨਾਮ ਬਨਾਰਸੀ ਦੇਵੀ। ਕਵੀ ਜੀ ਕਹਿਣ ਲੱਗੇ ਤੇਹ ਬਨਾਰਸੀ ਨਾਮ ਸੋਤੀਆ, ਪਤਿਵ੍ਰਤ ਧਰਮ ਜਾਸ ਦਿੜ ਕੀਆ।
ਉਸ ਦੀ ਸ੍ਰੇਸ਼ਟ ਇਸਤਰੀ ਭਾਵ ਬਾਬੇ ਸ਼ਿਵ ਰਾਮ ਦੀ ਸੁਪਤਨੀ ਬੀਬੀ ਜਾਂ ਮਾਤਾ ਬਨਾਰਸੀ ਦੇਵੀ ਪਤੀਵਤ ਧਰਮ ਨੂੰ ਜਿਹੜਾ ਹੈ ਉਹ ਪੱਕਿਆ ਤੇ ਦ੍ਰਿੜ ਉਹਨੇ ਆਪਣੇ ਹਿਰਦੇ ਵਿੱਚ ਕੀਤਾ ਹੋਇਆ ਹੈ। ਤਿਨ ਤੇ ਸੁਖ ਜੁਗ ਪਾਏ ਸੁਚਾਲੂ, ਵੱਡ ਕਾਲੂ ਛੋਟੇ ਸ਼ੁਭ ਲਾਲੂ। ਇਸ ਗ੍ਰਹਿ ਦੇ ਵਿੱਚ ਫਿਰ 2 ਪੁੱਤਰ ਪੈਦਾ ਹੋਏ ਨੇ। ਪਹਿਲੇ ਬਾਬਾ ਮਹਿਤਾ ਕਾਲੂ ਜੀ, ਦੂਜੇ ਭਾਈ ਲਾਲੂ ਜੀ। ਭਾਈ ਲਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਨੇ। ਭਾਈ ਸ਼ਿਵਰਾਮ ਜੀ ਦਾਦਾ ਜੀ, ਬੀਬੀ ਬਨਾਰਸੀ ਜੀ ਦਾਦੀ, ਬਾਬਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ, ਤੇ ਮਾਤਾ ਤ੍ਰਿਪਤਾ ਜੀ ਗੁਰੂ ਸਾਹਿਬ ਜੀ ਦੀ ਮਾਤਾ ਜੀ। 3 ਨਾਮ ਨੇ। ਇਸ ਕਰਕੇ ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਇਹ ਜ਼ਿਆਦਾਤਰ ਜਿਹੜਾ ਹੈ ਆਪਾਂ ਜਾਣਦੇ ਨਹੀਂ। ਗੁਰੂ ਸਾਹਿਬ ਜੀ ਦੇ ਪਿੱਛੇ ਦਾਦਾ ਦਾਦੀ ਕੀ ਨਾਮ ਨੇ, ਚਾਚੇ ਚਾਚੀਆਂ ਦਾ ਕੀ ਨਾਮ ਆਦਿਕ। ਸੋ ਕਵੀ ਜੀ ਕਹਿੰਦੇ ਨੇ ਇਸ ਗ੍ਰਹਿ ਦੇ ਵਿੱਚ ਬਾਬਾ ਸ਼ਿਵਰਾਮ ਜੀ ਦੇ ਗ੍ਰਹਿ ਵਿਖੇ, ਬੀਬੀ ਬਨਾਰਸੀ ਜੀ ਦੇ ਗ੍ਰਹਿ ਵਿਖੇ 2 ਪੁੱਤਰਾਂ ਦਾ ਜਨਮ ਹੋਇਆ ਹੈ। ਇੱਕ ਬਾਬਾ ਮਹਿਤਾ ਕਾਲੂ, ਦੂਸਰੇ ਭਾਈ ਲਾਲੂ ਜੀ। ਵਟ ਭਾਗੀ ਜੋ ਹੈ ਸ਼ੁਭ ਕਰਮੀ, ਭਗਤ ਪਰਾਇਣ ਨਿਸ਼ਚਲ ਧਰਮੀ। ਬਾਬਾ ਕਾਲੂ ਜੀ ਦਾ ਸੁਭਾਅ ਜਿਹੜਾ ਹੈ ਬੜਾ ਚੰਗਾ ਹੈ, ਸ਼ੁਭ ਕਰਮਾਂ ਵਾਲਾ ਹੈ, ਭਾਗਾਂ ਵਾਲੇ ਨੇ ਤੇ ਭਗਤੀ ਨੂੰ ਧਾਰਨ ਕਰ ਵਾਲੇ ਹਨ। ਜਪ ਤਪ ਬ੍ਰਤ ਨੇਮ ਸੁਮੁਦਾਏ, ਕੀਰਤ ਬਹੁਤ ਜੈ ਜਨਮ ਬਿਤਾਏ। ਇਸ ਪ੍ਰਕਾਰ ਸਾਰੇ ਜਪ ਤਪ ਵਰਤ ਨੇਮ ਆਦਿਕ ਜਿਹੜਾ ਹੈ ਨਾ ਕਈ ਜਨਮਾਂ ਵਿੱਚ ਕੀਤੇ ਹਨ। ਅਨੇਕ ਜਨਮ ਇੱਛਾ ਜਾਸੂ ਵਿਸ਼ਨੂੰ, ਹੋਏ ਸੁਤ ਗਿਆਨ ਨਿਵਾਸੂ। ਅਨੇਕ ਜਨਮ ਕੀ ਇੱਛਾ ਜਾਸੂ, ਵਿਸ਼ਨ ਹੋਏ ਸੁਤ ਗਿਆਨ ਨਿਵਾਸੂ। ਇਸ ਜਨਮ ਵਿੱਚ ਜਿਹੜਾ ਹੈ ਉਸ ਦੀ ਇੱਛਾ ਇਹ ਹੈ ਉਹਨਾਂ ਦੀ ਕਿ ਮੇਰੇ ਗ੍ਰਹਿ ਵਿਖੇ ਜਿਹੜਾ ਹੈ ਨਾ ਗਿਆਨ ਦਾ ਘਰ ਸੋਮਾ ਜਿਹੜਾ ਹੈ ਪੁੱਤਰ ਪੈਦਾ ਹੋਵੇ, ਪੁੱਤਰ ਦੀ ਦਾਤ ਜਿਹੜਾ ਹੈ ਬਖਸ਼ਿਸ਼ ਹੋਵੇ, ਜਿਹੜਾ ਗਿਆਨਵਾਨ ਹੋਵੇ। ਹਿਰਦੈ ਕਰਤ ਸੰਕਲਪ ਵਿਕਲਪਾ, ਭਗਤ ਅਧੀਨ ਰਿਝੈ ਗੁਣ ਅਲਪਾ। ਆਪਣੇ ਹਿਰਦੇ ਵਿੱਚ ਉਹਨਾਂ ਨੇ ਜਿਹੜਾ ਇਹ ਸੰਕਲਪ ਧਾਰਿਆ ਸੀ ਦ੍ਰਿੜ। ਅਸਲ ਦੇ ਵਿੱਚ ਜਿਹੜਾ ਹੈ ਨਾ ਇੱਕ ਬਾਤ ਰੱਖੀ ਹੋਈ ਸੀ ਕਿ ਥੋੜੇ ਗੁਣਾਂ ਤੇ ਹੀ ਉਹ ਭਗਤੀ ਅਧੀਨ ਪ੍ਰਸੰਨ ਜਿਹੜਾ ਹੈ ਰਹਿੰਦਾ ਹੈ। ਭਾਵ ਕਹਿਣ ਤੋਂ ਇਹ ਹੈ ਬਾਬਾ ਮਹਿਤਾ ਕਾਲੂ ਜੀ, ਤਿਨਾਂ ਦਾ ਸੁਭਾਅ ਕਵੀ ਜੀ ਕਹਿੰਦੇ ਬਹੁਤ ਸੁੰਦਰ ਹੈ, ਸ਼ੁਭ ਗੁਣਾਂ ਦੇ ਧਾਰਨੀ ਨੇ ਤੇ ਇੱਛਾ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਮੇਰੇ ਗ੍ਰਹਿ ਵਿਖੇ ਗਿਆਨਵਾਨ ਰੱਬ ਦਾ ਰੂਪ ਪੁੱਤਰ ਪੈਦਾ ਹੋਵੇ। ਜੇ ਮੁਝ ਲਖੈ ਦੀਨ ਗੁਣ ਨਾਹੀ, ਪਏ ਸੂਕਰੀ ਸਪਰੀ ਮਾਹੀ। ਬਾਬਾ ਕਾਲੂ ਜੀ ਕਹਿੰਦੇ ਨੇ ਆਪਣੇ ਤਪ ਸਮੇਂ ਇਹੋ ਹੀ ਅਰਦਾਸਾਂ ਕਰਦੇ ਨੇ ਜਦੋਂ ਰੱਬ ਦੇ ਨਾਲ ਜੁੜਦੇ ਨੇ ਕਿ ਹੇ ਵਾਹਿਗੁਰੂ ਜੀ, ਮੈਨੂੰ ਗਰੀਬ ਤੇ ਗੁਣਹੀਣ ਜਾਣਨ ਤਾਂ ਅਸਲ ਦੇ ਵਿੱਚ ਜਿਹੜਾ ਹੈ ਨਾ ਮੇਰੇ ਘਰ ਦੇ ਵਿੱਚ ਤੁਸੀਂ ਜਿਹੜਾ ਹੈ ਕੋਈ ਵੀ ਰੂਪ ਧਾਰਨ ਕਰਕੇ ਆ ਜਾਓ। ਇੱਥੇ 2 ਅੱਖਰ ਨੇ ਸੂਕਰੀ ਤੇ ਸਫਰੀ। ਇਹਦਾ ਅਰਥ ਹੁੰਦਾ ਹੈ, ਸੂਕਰੀ ਦਾ ਅਰਥ ਹੈ ਸੂਰ ਤੇ ਦੂਸਰਾ ਅਰਥ ਅਸਲ ਦੇ ਵਿੱਚ ਹੈ ਮੱਛੀ। ਸੋ ਕਹਿਣ ਤੋਂ ਭਾਵ ਇਹ ਹੈ ਇੱਥੇ ਜ਼ਿਕਰ ਤਾਂ ਕੀਤਾ ਗਿਆ ਕਿਉਂਕਿ 24 ਅਵਤਾਰ ਪੜ੍ਹੋਗੇ ਨਾ ਇਤਿਹਾਸ ਦੇ ਵਿੱਚ, ਵਿਸ਼ਨੂੰ ਦੇ 24 ਅਵਤਾਰ, ਉਹਦੇ ਵਿੱਚੋਂ ਮੱਛ ਕੱਛ ਗ੍ਰਹਿ ਆਦਿਕ ਜਿਹੜਾ ਹੈ ਇਹ ਅਵਤਾਰ ਦੇ ਵਿੱਚ ਵੀ ਉਹ ਆਏ ਨੇ। ਤੇ ਰੰਗਤ ਜਿਹੜਾ ਹੁਣ ਮੰਨ ਲਓ ਕਿ ਕੁੱਲ ਵੇਦੀ ਹੈ, ਇਸ ਕਰਕੇ ਉਹਨਾਂ ਦੀ ਇੱਕ ਇੱਛਾ ਹੈ ਕਿ ਅਸਲ ਦੇ ਵਿੱਚ ਮੇਰੇ ਗ੍ਰਹਿ ਵਿਖੇ ਵੀ ਕਿਸੇ ਨਾ ਕਿਸੇ ਦਾ ਰੂਪ ਧਾਰਨ ਕਰਕੇ ਤੁਸੀਂ ਆਉਣਾ ਕਰੋ। ਕਮਟੀ ਆਦਿਕ ਬਿਮਤ ਕੁਜਾਤੀ, ਤਿਨ ਕੇ ਜਨਮ ਲੀਨ ਜਗ ਖਿਆਤੀ। ਅਸਲ ਦੇ ਵਿੱਚ ਜਿਹੜਾ ਹੈ ਜਿਵੇਂ ਜਿਹੜਾ ਹੈ ਕੱਛੂ ਕੁੰਮੀ ਹੋਵੇ ਤੇ ਆਦਿਕ ਜਿਹੜਾ ਹੈ ਨਾ ਜਾਤਾਂ ਕੁਜਾਤਾਂ ਵਿੱਚ ਜਨਮ ਜਿਹੜਾ ਇਹ ਲਿਆ ਹੈ, ਇਹ ਮੈਂ ਪਹਿਲਾਂ ਜੋ ਹੁਣੇ ਜ਼ਿਕਰ ਕੀਤਾ ਹੈ ਕਿ ਅਸਲ ਦੇ ਵਿੱਚ ਕੋਈ ਇਹੋ ਜਿਹਾ ਰੂਪ ਧਾਰਨ ਕਰਕੇ ਤੁਸੀਂ ਗ੍ਰਹਿ ਵਿਖੇ ਆਓ
ਕਿ ਸਮੇਂ-ਸਮੇਂ ਸਿਰ ਕੋਈ ਨਾ ਕੋਈ ਜਿਹੜਾ ਹੈ ਨਾ ਰੂਪ ਧਾਰਨ ਕੀਤਾ ਹੈ। ਹੁਣ ਜਿਨ੍ਹਾਂ 'ਤੇ ਉਹਨਾਂ ਦੀ ਮਾਨੋ ਕਿ ਸ਼ਰਧਾ ਹੈ, ਜਿਨ੍ਹਾਂ 'ਤੇ ਭਰੋਸਾ ਹੈ, ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਇਹੋ ਜਿਹੀਆਂ ਬਾਤਾਂ ਕਰਦੇ ਹਨ। ਪ੍ਰੇਮ ਡੋਰ ਸੋ ਕਰੇ ਅਕਰਨੀ, ਕੀਰਤ ਬਿਮਲ ਬੇਦ ਇਸ ਬਾਰਨੀ। ਇਸ ਪ੍ਰਕਾਰ ਪ੍ਰੇਮ ਦੀ ਡੋਰੀ ਨਾਲ ਨਾ ਕਰਨ ਵਾਲੀ ਜਿਹੜਾ ਕਰਨੀ ਵੀ ਕਰਦੇ ਨੇ। ਜਿਵੇਂ ਕਿ ਅਸਲ ਦੇ ਵਿੱਚ ਮਾਨੋ ਕਿ ਅਦਿਤੇ ਕਸ਼ਯਪ ਕੇ ਜਿਸ ਧਾਮਾ, ਉਪਤ ਜਤ ਭਏ ਉਪੇਂਦਰ ਨਾਮਾ। ਕਹਿਣ ਤੋਂ ਭਾਵ ਇਹ ਕਿ ਜਿਵੇਂ ਜਿਹੜਾ ਹੈ ਅਦਿਤੀ, ਇੱਥੇ ਜਿਹੜਾ ਹੈ ਮਿਥਿਹਾਸ ਦੀ ਗੱਲ ਹੈ। ਅਦਿਤੀ ਤੇ ਜਿਹੜਾ ਹੈ ਪਤੀ ਕਸ਼ਯਪ ਦੇ ਘਰ ਉਪੇਂਦਰ ਨਾਮੀ 52 ਅਵਤਾਰ ਜਿਹੜਾ ਪੈਦਾ ਹੋਏ ਨੇ। ਤੇ ਕਾਲੂ ਜੀ ਕਹਿੰਦੇ ਨੇ ਸਾਡੇ ਘਰ ਵੀ ਕਿਤੇ ਰੱਬ ਸਰੂਪ ਪਰਮਾਤਮਾ ਕਿਸੇ ਰੂਪ ਵਿੱਚ ਪੈਦਾ ਹੋਣਾ। ਆਦਿਤ ਕਾਸ਼ਯਪ ਕੇ ਜਿਮ ਤਾਮਾ, ਉਪਜਤ ਪਏ ਉਪੇਂਦਰ ਨਾਮਾ। ਅੱਗੇ ਪੜੋ। ਆਸਿਆ ਸਾਤਰ ਅਸੁਰ ਵਿਨਾਸ਼ੀ, ਪਾਇਓ ਨਿਰੰਤਰ ਰੂਪ ਉਪਾਸੀ। ਦੈਤਾਂ ਨੂੰ ਨਾਸ਼ ਕਰਨ ਵਾਲੇ ਭਗਵਾਨ ਦੀ ਨਿਰੰਤਰ ਰੂਪ ਵਿੱਚ ਉਹ ਉਪਾਸਨਾ ਹੁੰਦੀ ਰਹੀ ਹੈ। ਤੇ ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਵੀ ਅਕਾਲ ਪੁਰਖ ਦੇ ਨਾਲ ਹੁਣ ਵਾਰਤਾਲਾਪ ਕਰਦੇ ਨੇ, ਗੱਲਾਂ ਕਰਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਹਨ। ਕਾਲੂ ਨਾਮ ਜਨਮ ਜਬ ਤਾਰਾ, ਪੂਰਨ ਆਸਾ ਕੀਨ ਮੁਰਾਰਾ। ਇਸ ਪ੍ਰਕਾਰ ਜਦ ਬਾਬਾ ਕਾਲੂ ਜੀ ਨੇ ਜਨਮ ਲਿਆ ਏ ਤਾਂ ਵਾਹਿਗੁਰੂ ਨੇ ਉਹਨਾਂ ਦੀ ਆਸ ਪੂਰੀ ਕੀਤੀ। ਸੁਤ ਕਾਲੂ ਪਿਕ ਪਿਤ ਸ਼ਿਵ ਰਾਮੂ, ਪਾਨ ਗ੍ਰਹਣ ਕੇ ਕੀਰਤ ਧਾਮੂ। ਪਿਤਾ ਸ਼ਿਵਰਾਮ ਜੀ ਨੇ ਆਪਣੇ ਪੁੱਤਰ ਕਾਲੂ ਜੀ ਦਾ ਇੱਕ ਚੰਗੇ ਘਰ ਦੇ ਵਿੱਚ ਹੁਣ ਵਿਆਹ ਕੀਤਾ ਹੈ। ਕੈ ਪਤੀ ਬਰਤਾ ਗੁਣ ਨਿਧ ਸੋਊ, ਤੈ ਸੁਸ਼ੀਲਤਾ ਕਹਿ ਸਕ ਕੋ। ਇਸ ਪ੍ਰਕਾਰ ਬਾਬੇ ਕਾਲੂ ਜੀ ਦੀ ਜੋ ਸੁਪਤਨੀ ਹੈ, ਗ੍ਰਹਿਣੀ ਹੈ, ਬੜੀ ਪ੍ਰਤੀਵਰਤਾ ਹੈ, ਗੁਣਾਂ ਦਾ ਖਜ਼ਾਨਾ ਹੈ ਤੇ ਸ਼ੁਭ ਗੁਣਾਂ ਦੀ ਧਾਰਨੀ ਹੈ। ਸਾਧਵੀ ਪਾਏ ਕਾਲ ਬੋ ਕਾਲੂ, ਕੀਏ ਬਰਤ ਤਪ ਕਠਨ ਵਿਸਾਲੂ। ਹੁਣ ਮਾਤਾ ਤ੍ਰਿਪਤਾ ਜੀ ਕਾਫੀ ਸਮਾਂ ਜਿਹੜਾ ਹੈ ਹੁਣ ਮੰਨੋ ਕਿ ਬਤੀਤ ਹੋ ਗਏ ਸੰਗ ਰਹਿੰਦਿਆਂ ਹੋਇਆਂ। ਤੇ ਇਸ ਪ੍ਰਕਾਰ ਉਹ ਵੀ ਰੱਬੀ ਭਗਤੀ ਦੇ ਵਿੱਚ ਜੁੜੇ ਨੇ। ਜਪ ਤਪ ਵਰਤ ਆਦਿਕ ਜਿਹੜਾ ਹੈ ਉਹ ਵੀ ਕਰਦੇ ਹਨ। ਚਿਰੰਕਾਲੀਵ ਦੰਪਤ ਬੀਤਾ, ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਕਾਫੀ ਸਮਾਂ ਜਿਹੜਾ ਹੁਣ ਬਤੀਤ ਹੋ ਗਿਆ ਹੈ। ਕਵੀ ਜੀ ਕਹਿਣ ਲੱਗੇ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਇਹਨਾਂ ਦੀ ਪ੍ਰੀਤ ਵਧੇਕ ਹੈ। ਤਲਵੰਡੀ ਮੈਂ ਰਾਏ ਬੁਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਤਲਵੰਡੀ ਨਗਰ ਵਿੱਚ ਰਾਏ ਬੁਲਾਰ ਨਾਮ ਦੇ ਜਿਹੜਾ ਹੈ ਹਾਕਮ ਰਹਿੰਦੇ ਨੇ। ਤੇ ਇਸ ਪ੍ਰਕਾਰ ਉਹਨਾਂ ਦਾ ਬਾਬਾ ਕਾਲੂ ਨਾਲ ਬਹੁਤ ਜ਼ਿਆਦਾ ਪਿਆਰ ਹੈ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਉਸ ਨਗਰ ਦਾ ਉਹ ਹੀ ਅਧਿਕਾਰੀ ਹੈ ਤੇ ਬਾਬਾ ਕਾਲੂ ਜੀ ਨੂੰ ਪਟਵਾਰੀ ਦੀ ਕਾਰ ਦਿੱਤੀ ਹੋਈ ਹੈ, ਭਾਵ ਪਟਵਾਰੀ ਦਾ ਕੰਮ ਕਰਦੇ ਨੇ। ਇਸ ਪ੍ਰਕਾਰ ਰਾਏ ਬੁਲਾਰ ਜੀ ਦੇ ਅਧੀਨ ਪਟਵਾਰੀ ਦਾ ਕੰਮ ਬਾਬਾ ਮਹਿਤਾ ਕਾਲੂ ਜੀ ਕਰਦੇ ਹਨ। ਅਸਬਿਦ ਬਿਲ ਸਤ ਅਨਕ ਬਿਲਾਸਾ, ਦੰਪਤ ਉਰਦਰ ਹੀ ਸੁਤ ਆਸਾ। ਇਸ ਤਰ੍ਹਾਂ ਕਾਫੀ ਸਮਾਂ ਬਾਬਾ ਮਹਿਤਾ ਕਾਲੂ ਜੀ ਦਾ ਅਤੇ ਮਾਤਾ ਤ੍ਰਿਪਤਾ ਜੀ ਦਾ ਜੀਵਨ ਜਿਹੜਾ ਹੈ ਬਤੀਤ ਹੋਇਆ ਹੈ। ਤੇ ਇਸ ਪ੍ਰਕਾਰ ਹੁਣ ਮਨ ਦੇ ਵਿੱਚ ਜਿਹੜਾ ਹੈ ਕੁਝ ਆਸ ਹੈ, ਕੁਝ ਇੱਛਾ ਹੈ। ਸਾਧਵੀ ਗਰਭ ਤਰਨ ਪੁਨ ਕੀਨਾ, ਜਨਮੀ ਤਨਿਆ ਸੁਮਤ ਪ੍ਰਵੀਨਾ। ਸ੍ਰੇਸ਼ਟ ਮਾਤਾ ਜੀ ਭਾਵ ਤ੍ਰਿਪਤਾ ਜੀ ਨੇ ਫਿਰ ਜਿਹੜਾ ਹੁਣ ਗਰਭ ਧਾਰਨ ਕੀਤਾ ਹੈ। ਤੇ ਮਾਨੋ ਕਿ ਫਿਰ ਉਸ ਗਰਭ ਦੇ ਵਿੱਚੋਂ ਸਮਾਂ ਪਾ ਕੇ ਇੱਕ ਬੱਚੀ ਨੇ ਜਨਮ ਲਿਆ ਹੈ, ਜਿਨ੍ਹਾਂ ਦਾ ਨਾਮ ਸਤਿਕਾਰ ਨਾਲ ਆਪਾਂ ਬੇਬੇ ਨਾਨਕੀ ਲੈਂਦੇ ਹਾਂ। ਬੇਬੇ ਨਾਨਕੀ ਜੀ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਚੋਂ ਜਨਮ ਲਿਆ। ਹਿਮਗਿਰ ਮੈਂ ਨਾ ਕੀ ਕਰ ਮਾਹੀ,
ਪਾਰਬਤੀ ਜਨਮੀ ਜਿਵ ਆਹੀ। ਇੱਥੇ ਫਿਰ ਉਦਾਹਰਨ ਦਿੱਤੀ ਕਵੀ ਜੀ ਨੇ। ਕਵੀ ਜੀ ਕਹਿੰਦੇ ਉਹਨਾਂ ਦੇ ਘਰ ਇੱਕ ਐਸੀ ਕੰਨਿਆ ਨੇ ਜਨਮ ਲਿਆ ਏ ਜਿਵੇਂ ਹਿਮਾਲਿਆ ਪਰਬਤ ਦੇ ਵਿੱਚ ਉਸ ਦੀ ਇਸਤਰੀ ਜਿਹੜਾ ਹੈ ਮੈਨਾ ਇੱਕ ਹੋਈ ਹੈ, ਉਹਦੇ ਗ੍ਰਹਿ ਵਿਖੇ ਪਾਰਵਤੀ ਦਾ ਜਨਮ ਹੋਇਆ ਹੋਵੇ। ਕਹਿਣ ਤੋਂ ਭਾਵ ਸੋਹਣੀ ਸ੍ਰੇਸ਼ਟ ਸ਼ੁਭ ਗੁਣਾਂ ਵਾਲੀ ਕੰਨਿਆ ਨੇ ਜਨਮ ਲਿਆ ਹੈ। ਭਈ ਸੁਸ਼ੀਲਾ ਸਭ ਗੁਣ ਖਾਨੀ, ਮਾਨੋ ਭਗਤ ਤਰ ਦੇ ਸੁਹਾਨੀ। ਬੜੀ ਸੁਸ਼ੀਲ ਹੈ, ਗੁਣਾਂ ਦੀ ਖਾਣ ਹੈ, ਬੜੀ ਸੁੰਦਰ ਹੈ। ਇਸ ਪ੍ਰਕਾਰ ਮੰਨੋ ਕਿ ਆਪਣੀ ਸੁਰਤ ਰੱਬ ਜੀ ਦੇ ਨਾਲ ਉਹਨਾਂ ਨੇ ਲਾਈ ਰੱਖੀ ਹੋਵੇ, ਇਸ ਪ੍ਰਕਾਰ ਉਹਨਾਂ ਦੀ ਦਿੱਖ ਹੈ। ਕਾਲ ਬਤੀਤ ਪਇਓ ਪਛਤਾਤਾ, ਕਾਲੂ ਰਤ ਲਖ ਕਰ ਜਗਦਾਤਾ। ਇਸ ਤੋਂ ਬਾਅਦ ਫਿਰ ਬਹੁਤ ਸਮਾਂ ਜਿਹੜਾ ਹੈ ਬਤੀਤ ਹੋਇਆ। ਕੁਝ ਸਮਾਂ ਬਤੀਤ ਜਦੋਂ ਹੋਇਆ ਤੇ ਜਗਤ ਦੇ ਦਾਤਾ ਨੇ ਕਾਲੂ ਜੀ ਦੇ ਜਿਹੜਾ ਹੈ ਪ੍ਰੀਤ ਵੇਖ ਕੇ, ਬਾਬਾ ਮਹਿਤਾ ਕਾਲੂ ਜੀ ਦੇ ਅੰਦਰ ਪ੍ਰੀਤ ਵੇਖ ਕੇ, ਪਿਆਰ ਵੇਖ ਕੇ ਉਹਨਾਂ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਨ ਦਾ ਜਿਹੜਾ ਹੈ ਨਾ ਨਿਸ਼ਚਾ ਕੀਤਾ। ਹੋਵੋ ਪੁੱਤਰ ਦਾਸ ਮੈਂ ਜਾਈ, ਅਸ ਵਿਚਾਰ ਆਏ ਜਗਰਾਈ। ਪਰਮਾਤਮਾ ਜੀ ਹੁਣ ਵਿਚਾਰ ਕਰਦੇ ਨੇ ਕਿ ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮੈਂ ਪੁੱਤਰ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਅੰਦਰ ਜਾਵਾਂਗਾ। ਦੁਖੀਏ ਗਰਭ ਕੋ ਤਾਰਨ ਕੀਨਾ, ਪਤ ਬ੍ਰਤ ਧਰਮ ਜਾਸ ਮਨ ਲੀਨਾ। ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਨੇ ਫੇਰ ਜਿਹੜਾ ਹੈ ਗਰਭ ਧਾਰਨ ਕੀਤਾ ਹੈ ਤੇ ਕਵੀ ਜੀ ਕਹਿਣ ਲੱਗੇ ਸ੍ਰੇਸ਼ਟ ਗੁਣਾਂ ਵਾਲੇ ਸ਼ੁਭ ਗੁਣਾਂ ਦੇ ਧਾਰਨੀ ਮਾਤਾ ਤ੍ਰਿਪਤਾ ਜੀ, ਤਿਨਾਂ ਨੇ ਫੇਰ ਜਿਹੜਾ ਹੈ ਮਾਨੋ ਕਿ ਗਰਭ ਦੇ ਵਿੱਚ ਗਰਭ ਧਾਰਨ ਕੀਤਾ ਹੋਇਆ ਹੈ। ਜੋ ਦੁਤਿਆ ਕੋ ਬ੍ਰਿਦਤ ਚੰਦੂ, ਤੈ ਸਮ ਗਰਭ ਰੂਪ ਸੁਖ ਕਾਂਦੂ। ਇਸ ਪ੍ਰਕਾਰ ਜਿਵੇਂ ਜਿਹੜਾ ਹੈ ਦੂਜ ਦਾ ਚੰਦਰਮਾ ਵੱਧਦਾ ਹੈ ਨਾ, ਉਸ ਤਰ੍ਹਾਂ ਗਰਭ ਰੂਪੀ ਸੁੱਖਾਂ ਦਾ ਕਮਲ ਜਿਹੜਾ ਹੁਣ ਵੱਧ ਗਿਆ ਹੈ। ਜਗਪ ਭੂਖਨ ਸਕਲ ਉਤਾਰੇ, ਤਗਪ ਸੁਦਤਰਾਦਿਕ ਉਜਾਰੇ। ਜਿਵੇਂ ਗਹਿਣੇ ਸਾਰੇ ਉਤਾਰੇ ਹੋਏ ਹਨ, ਭਾਵੇਂ ਕਿ ਗਹਿਣੇ ਸਾਰੇ ਉਤਾਰੇ ਹੋਏ ਨੇ, ਫਿਰ ਵੀ ਜਿਹੜਾ ਮਾਨੋ ਕਿ ਸੁੰਦਰ ਤੇ ਪ੍ਰਕਾਸ਼ਮਈ ਉਹ ਲੱਗ ਰਹੇ ਹਨ। ਕਾਲੂ ਤੇ ਬੈਸੇ ਜਿਸ ਅੰਦਰ, ਅਤ ਸ਼ੋਭਾ ਸੋ ਲਗੇ ਸੁਸੁੰਦਰ। ਕਾਲੂ ਜੀ ਜਦ ਅੰਦਰ ਬੈਠਦੇ ਨੇ ਤਾਂ ਜਿਹੜਾ ਹੈ ਉਹਨਾਂ ਦੀ ਵੀ ਸ਼ੋਭਾ ਸੁੰਦਰ ਲੱਗਦੀ ਹੈ, ਉਹ ਅਤੀ ਸ਼ੋਭਨੀਕ ਹੁੰਦੇ ਹਨ। ਸੁਨ ਸੰਦੇ ਕਰੇ ਜਿਨ ਕੋ, ਕੋਟ ਬ੍ਰਹਮੰਡ ਸ਼ੋਭਦਾ ਜੋ। ਮਤਾ ਕੋਈ ਹੁਣ ਜਿਹੜਾ ਸੰਦੇਹ ਕਰ ਲਵੇ ਕਿ ਉਹਨਾਂ ਦੀ ਸ਼ੋਭਾ ਨਾਲ ਜਿਹੜਾ ਹੈ ਕਰੋੜਾਂ ਬ੍ਰਹਮੰਡ ਸ਼ੋਭ ਰਹੇ ਨੇ। ਕਹਿਣ ਤੋਂ ਭਾਵ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮਾਤਮਾ ਸਰੂਪ ਇਸ ਧਰਤੀ ਤੇ ਹੁਣ ਜਿਹੜਾ ਹੈ ਪ੍ਰਕਾਸ਼ ਧਾਰਨ ਕਰਨ ਜਾ ਰਹੇ ਹਨ। ਨਿਵਾਸ ਕੀਨੋ ਜੇ ਥਾਈ, ਕਿਉ ਨਾ ਹੋਏ ਤੇ ਸ਼ੋਭ ਸਵਾਈ। ਜਿੱਥੇ ਮਾਲਕ ਨੇ ਆਪ ਟਿਕਾਣਾ ਕੀਤਾ ਹੋਵੇ, ਆਪ ਜਿਹੜਾ ਹੈ ਪ੍ਰਕਾਸ਼ ਧਾਰਨ ਕਰਨਾ ਹੋਵੇ, ਉਹ ਜਗ੍ਹਾ ਕਿਉਂ ਨਾ ਸ਼ੋਭਾ ਪਾਵੇ। ਤੇ ਉਸ ਜਗ੍ਹਾ ਦਾ ਜਿਹੜਾ ਮਾਨੋ ਕਿ ਉਹ ਜਗ੍ਹਾ ਹੀ ਸ਼ੋਭਨੀਕ ਹੋ ਜਾਂਦੀ ਹੈ ਜਿੱਥੇ ਮੇਰਾ ਗੁਰੂ ਪਰਮਾਤਮਾ ਆ ਕੇ ਬੈਠ ਜਾਂਦਾ ਹੈ। ਅਗਲੇਰੀ ਵਿਚਾਰ ਦੇ ਅੰਦਰ ਹੁਣ ਕਵੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਅਤੇ ਦਾਈ ਦਾ ਜਿਹੜਾ ਹੈ ਉਹਨੂੰ ਬੁਲਾਉਣਾ, ਕਿਵੇਂ ਦਾਈ ਆਉਂਦੀ ਹੈ, ਕਿਵੇਂ ਅਸਲ ਦੇ ਵਿੱਚ ਉਹ ਮੰਗ ਰੱਖਦੀ ਹੈ ਕੁਝ, ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਮੁਖ ਤੱਕਦੀ ਹੈ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਆਦਿਕ ਇਹ ਵਿਸ਼ਾ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਸਿਰ ਪਹੁੰਚ ਹਾਜ਼ਰੀਆਂ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, हे पूरन हे सर्ब मैं, ਪੰਜਨ ਗੁਣ ਤਾਰ। हे संगी हे निरंकार, ਨਿਰਗੁਣ ਸਭ ਟੇਕ। हे गोविंद हे गुण निधान, ਜਾਕੇ ਸਦਾ ਵਿਵੇਕ। हे अपरंपर हर हरे, ਐ ਕੀ ਹੋ
हे संतां कै सदा संग ਤਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋ नानक दीजै नामदार ਰਾਖੋ ਹੀਏ ਪਰੋ आए प्रभ शरणागति ਕਿਰਪਾ ਨਿਧ ਦਇਆਲ एक अखर हर मन बसत ਨਾਨਕ ਹੋਤ ਨਿਹਾਲ आए प्रभ शरणागति ਕਿਰਪਾ ਨਿਧ ਦਇਆਲ एक अखर हर मन बसत ਨਾਨਕ ਹੋਤ ਨਿਹਾਲ वाहिगुरु जी का खालसा वाहिगुरु जी की फतेह।